वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। तोड़ी महला पंजवा। हार विसरत सदा खुआरी, ताको धोखा कहाँ व्यापै। जाको ओट तोहारी, हार विसरत सदा खुआरी, ताको धोखा कहाँ व्यापै। जाको ओट तोहारी, रहाओ बिन सिमरन जो जीवन बलना। सर्प जैसे अर जारी, नव खंडन को राज कमावे। अंत चले गोहारी, गुण निधान गुण तिन्ही गाए। जाको कृपा धारी, सो सुखिया धन उस जन्मा। नानक तिस बलहारी, गुण निधान गुण तिन्ही गाए। जाको कृपा धारी, सो सुखिया धन उस जन्मा। नानक तिस बलहारी। वाहिगुरु जी का खालसा वाहिगुरु जी की फतेह। परम सत्कारयोग गुरु की साजी निवाजी साध संगत जियो। आप जी बड़े भागां वाले हो जो कि आप जी ने अज दे ए पावन अमृतमयी बचन सतगुर साहिब श्री गुरु रामदास महाराज जीओ दे दर तो अमृत वेले सतगुर साहिब श्री गुरु ग्रंथ साहिब जी महाराज ने समुची मानुख जाति अते लोक भलाई दे लई सोहणे सिंघासन ते सुभाएमान प्रकाशवान हो के ये अमृतमयी बचन पावन मुखवाग दे रूप दे विच सचखंड श्री दरबार साहिब तो जो बख्शिश कीते गए सन, सो आप समूह साध संगत ने इन्हां पावन बचनां नूं सरवण कीता है जी। अते आप जी इस पावन चैनल दे राही भी सरवण कर रहे हो। सो आओ साध संगत जीओ, आपां सब तो पहला आपो अपनियां मन बिरतियां नूं एकागर करिए। ਜਿਹੜੀਆਂ ਸਾਡੀਆਂ पंज इंद्रावां ਹਨ, इन्हां नूं
ਉਸ ਮਾਲਕ ਵਾਹਿਗੁਰੂ ਪਰਮਾਤਮਾ ਦੇ ਨਾਲ ਜੋੜਨ ਦਾ ਯਤਨ ਕਰੀਏ, ਜਿਸ ਮਾਲਕ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਇਹ ਮਨੁੱਖਾ ਜੀਵਨ ਬਖਸ਼ਿਸ਼ ਕੀਤਾ ਹੈ। ਸੋ ਸਾਧ ਸੰਗ ਜੋ ਸੁਰਤ ਨੂੰ ਟਿਕਾਈਏ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਨ ਦਾ ਯਤਨ ਕਰੀਏ ਜੀ। ਅੱਜ ਦੇ ਇਹ ਪਾਵਨ ਅੰਮ੍ਰਿਤਮਈ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 711 ਤੇ ਸੁਭਾਏਮਾਨ ਹਨ। ਰਸਨਾ ਨੂੰ ਕਰੋ ਜੀ ਪਵਿੱਤਰ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੋੜੀ ਮਹੱਲਾ ਪੰਜਵਾਂ। ਤੋੜੀ ਰਾਗ ਦੇ ਵਿੱਚ ਪੰਜਵੇਂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਖਸ਼ਿਸ਼ਾਂ ਕਰ ਰਹੇ ਹਨ। ਇਹਨਾਂ ਪਾਵਨ ਬਚਨਾਂ ਨੂੰ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦਿਆਂ ਹੋਇਆਂ ਜੀਵਾਂ ਨੂੰ ਸਮਝਾ ਰਹੇ ਹਨ ਕਿ ਭਾਈ ਤੂੰ ਆ, ਉਸ ਹਰੀ ਦੀ ਸ਼ਰਨ ਵਿੱਚ ਆ, ਉਸ ਪਰਮਾਤਮਾ ਦੀ ਸ਼ਰਨ ਵਿੱਚ ਆ। ਜਿਵੇਂ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ, ਸੰਤ ਸਾਰਣ ਜੋ ਜਨ ਪਰੈ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਭਾਵ ਇਹ ਮਨੁੱਖਾ ਜੀਵਨ ਸਾਨੂੰ ਪਰਮਾਤਮਾ ਨੇ ਬਖਸ਼ਿਆ ਹੈ, ਤੇ ਕਿਸ ਕਰਕੇ ਬਖਸ਼ਿਆ ਹੈ ਇਹ ਆਪਾਂ ਭਲੀ ਭਾਂਤੀ ਜਾਣਦੇ ਹਾਂ। ਜਾਣ ਬੂਝ ਕੇ ਬਾਬਰਹਿ ਤੈ ਕਾਜ ਬਿਗਾਰਿਓ, ਪਾਪ ਕਰਤ ਸੁਖ ਚੇਹੋ ਨਹੀਂ ਨਹਿ ਗਰਭ ਨਿਵਾਰਿਓ। ਜਾਣਦਾ ਤੂੰ ਸਾਰਾ ਕੁਝ ਹੈ, ਕਿਉਂਕਿ ਤੂੰ ਆਪਣੇ ਆਪ ਨੂੰ ਗੁਰੂ ਤੋਂ ਵੀ ਮਾਫ ਕਰਿਓ ਸਾਧ ਸੰਗਤ ਜੀਓ, ਗੁਰੂ ਤੋਂ ਵੀ ਸਿਆਣਾ ਸਮਝਦਾ ਹੈ। ਲੇਕਿਨ ਆਪਣੀ ਸਿਆਣਪ ਤੂੰ ਸੰਸਾਰ ਤਿੱਕਰ ਹੀ ਸੀਮਤ ਰੱਖ ਸਕਦਾ ਹੈ, ਉਸ ਮਾਲਕ ਵਾਹਿਗੁਰੂ ਤਿੱਕਰ ਨਹੀਂ ਪਹੁੰਚਾ ਸਕਦਾ। ਜਿਸ ਮਾਲਕ ਜਿਸ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ, ਸਾਰੇ ਸੰਸਾਰ ਨੂੰ ਇੱਕ ਧਾਗੇ ਵਿੱਚ ਪਰੋ ਦਿੱਤਾ। ਉਸ ਨੇ ਕਿਸੇ ਦੇ ਵਿੱਚ ਭੇਦ ਭਾਦ ਨਹੀਂ ਰੱਖਿਆ। ਕਰਮੀ ਆਪੋ ਆਪਣੀ ਕੇ ਨੇੜੇ ਕਹਿ ਦੂਰ। ਗੁਰੂ ਪਾਤਸ਼ਾਹ ਨੇ ਸਪਸ਼ਟ ਕਰ ਦਿੱਤਾ, ਭਾਈ ਮਨੁੱਖ ਆਪਣੇ ਕਰਮਾਂ ਕਰਕੇ ਪ੍ਰਮਾਤਮਾ ਤੋਂ ਦੂਰ ਹੈ ਤੇ ਕਰਮਾਂ ਕਰਕੇ ਪ੍ਰਮਾਤਮਾ ਦੇ ਨੇੜੇ ਹੈ। ਹੁਣ ਇੱਥੇ ਵਿਚਾਰ ਆਉਂਦੀ ਹੈ ਤੇ ਕਰਮ ਕੀ ਹਨ? ਸਾਧ ਸੰਗਤ ਜੋ ਕਰਮ ਉਹ ਹਨ ਜਿਹੜਾ ਇਹ ਸਾਨੂੰ ਸਰੀਰ ਮਿਲਿਆ ਹੈ, ਇਸ ਸਰੀਰ ਦੇ ਨਾਲ ਅਸੀਂ ਕਰਮ ਕਰਨੇ ਹਨ। ਇਹ ਜਿਹੜਾ ਸਰੀਰ ਹੈ ਇਹ ਸਾਡੀ ਕਰਮ ਭੂਮੀ ਹੈ। ਇਸ ਦੇ ਵਿੱਚ ਜਿਹੋ ਜਿਹਾ ਬੀਜ ਆਪਾਂ ਪਾਵਾਂਗੇ ਉਹ ਜਿਹਾ ਸਾਨੂੰ ਅੱਗੇ ਵੱਢਣਾ ਪੈਣਾ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਫਰੀਦਾ ਸ਼ੱਕਰ ਖੰਡ ਨਿਵਾਸ ਗੁੜ, ਮਾਖਿਓ ਮਾਜਾ ਦੁੱਧ, ਸਭੇ ਵਸਤੂ ਕੋੜੀਆਂ, ਰੱਬ ਨਾ ਪੁੱਜਣ ਤੁਧ। ਭਾਵ ਹੈ ਮੇਰੇ ਮਾਲਕ ਆਪ ਜੀ ਦੇ ਨਾਮ ਦੀ ਬਰਾਬਰੀ ਭਾਵੇਂ ਸ਼ੱਕਰ ਹੋਵੇ, ਖੰਡ ਹੋਵੇ, ਨਿਵਾਜ ਭਾਵੇਂ ਗੁੜ ਹੋਵੇ, ਤੇ ਮਾਖਿਓ ਮਾਜਾ ਦੁੱਧ ਭਾਵੇਂ ਮਖਿਆਲ ਹੋਵੇ ਤੇ ਭਾਵੇਂ ਮੱਝ ਦਾ ਦੁੱਧ ਹੋਵੇ, ਲੇਕਿਨ ਮਾਲਕ ਆਪ ਜੀ ਦੇ ਨਾਮ ਦੀ ਵਡਿਆਈ, ਆਪ ਜੀ ਦੇ ਨਾਮ ਦੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ। ਲੇਕਿਨ ਇਹ ਵੀ ਹਕੀਕਤ ਹੈ, ਜਦੋਂ ਆਪ ਜੀ ਦੀ ਬਣਾਈ ਹੋਈ ਸਾਧ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਕੋਈ ਜੀਵ ਆ ਜਾਂਦਾ ਹੈ ਤੇ ਸਾਧ ਸੰਗਤ ਜੋ ਫਿਰ ਉਹ ਮਾਲਕ ਦੇ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ, ਇਹ ਹਕੀਕਤ ਹੈ, ਉਹ ਵਾਹਿਗੁਰੂ ਦੇ ਜੋਤ ਵਿੱਚ ਆਪਣੀ ਜੋਤ ਨੂੰ ਲੀਨ ਕਰਵਾ ਸਕਦਾ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੂ ਮਨ ਫੁਦੇਹਾ। ਫਿਰ ਹਰੀ ਦਾ ਸੇਵਕ ਹਰੀ ਵਰਗਾ ਬਣ ਸਕਦਾ ਹੈ।
लेकिन उस दे लई सानू गुरु दी शरण गुरु दी संगत विच आउणा पवेगा। जिन्हां ने गुरु दी संगत कीती है मन करके तन करके, वो साध संगत जो इस संसार विच हमेशा सत्कारे जाते हैं, उन्होंने हमेशा संसार याद रखता है। तो मेरे मालिक वाहिगुरु गुरु अर्जन पातशाह जी ने इन्हां पावन बचना दे राही सानू समझावना किया गया है। सो आओ साध संगत जो सारे इन्हां पावन बचना दे नाल जुड़न का यतन करिए, ताकि गुरु पातशाह जी कृपा कर देन। किनका एक जिस जी वसावै, ताकि महिमा गनी ना आवे। काखी एक दरस तुहारो, नानक उन संग मोहे उधारो। जदों किन मात्र भी परमात्मा दा नाम ओ मेरे मालिक वाहिगुरु दी उचारण कीती गई बाणी साडे हिरदे रूपी घर विच वस जावे, ते साडा जिहड़ा जीवन है, साडे जिहड़ी जीवन दी यात्रा है, वो सफल हो सकती है। साध संगत जो असी जानते हैं कि सानू जीवन क्यों मिलिया है। सानू जीवन मिलिया है कि असी इस मनुखा जीवन नू पा के संसार विच आके परमात्मा वाहिगुरु ना शुकराना करिए, परमात्मा दे नाम नाल जुड़िए। ये जिहड़े 24,000 सवास हैं, इन्हां परमात्मा दे नाम नाल जुड़ के सफल कर लीए, ते तां जिहड़ा साडा ये मनुखा जीवन सफल हो जावे जी। हर विसरत सदा खुवारी, ताको धोखा कहाँ व्यापै, जाको ओट तुहारी। सतगुरु पातशाह जी दे ए पावन बचन, हर विसरत सदा खुआरी, ताको धोखा कहाँ व्यापै, जाको ओट तुहारी। ए राहो दियां तुकां हन, भाव इस पावन मुखवाक दा केंद्री भाव भी है, ते पहलियां तुकां भी इस पावन मुखवाक दियां हन। हर विसरत सदा खुआरी, ताको धोखा कहाँ व्यापै, जाको ओट तुहारी। हे भाई, परमात्मा दे नाम नू भुलाया सदा माया दे हथों मनुख दी बेपत्ती होंदी है। भाव जदों इंसान परमात्मा नू भुला दिंदा है ते माया दे विच गलतान हो जाता है, ते साध संगत जो ओ हमेशा ही खुआर रहिंदा है। हे प्रभु, जिस मनुख नू तेरा आसरा होवे, जिस जीव नू तुहाडे चरणां दा आसरा मिल जावे, आप जी दे नाम दी दात मिल जावे, उस नू माया दे किसी भी विकार वालों धोखा नहीं लग सकता। माया जिड्डे मर्जी रूप धारण करके इंसान दे सामने आ जावे, जिन्ना मर्जी इंसान नू रिझाण दा यतन कीता जावे, लेकिन सच है साध संगत जो फिर इंसान धोखा नहीं खाउंदा, क्योंकि उस दे अंदर परमात्मा दे नाम दी जोत चढ़दी रहिंदी है, परमात्मा दे नाम दा प्रवाह चढ़दा रहिंदा है। साध संगत जो इतिहास विच कथन आउंदा है, भगत रविदास जी दा इतिहासकार दर्शाउंदे हन। भगत रविदास जी ने सारी उम्र चमदा काम कीता है, ते छोटी जी कखां दी झुग्गी दे विच आप जी जुत्तियां गंढण दा काम करदे हो। परमात्मा ने रूप धारण किया साहूकार दा, ते साध संग जो परमात्मा भगत जी दे उस कखां दी कुली विच आउंदा है, ते रविदास जी नू आखना करदे हन, भाई किन्ने समय तो मैं तैनू वेखदा आ रहा हाँ, तू हर वेले जुत्तियां ही गंढदा रहिंदा है। उस वाहिगुरु परमात्मा दे नाम दे विच ही तू लीन रहिंदा है। तैनू एक चीज मैं दिना हाँ, वो तेरे बड़े ही कम आवेगी।
ਭਗਤ ਜੀ ਆਖਦੇ ਨੇ, ਦੱਸੋ ਜੀ ਕਿਹੜੀ ਵਸਤੂ ਹੈ? ਤੇ ਸਾਧ ਸੰਗ ਜੋ ਪ੍ਰਮਾਤਮਾ ਦੇ ਖੇਡ ਤੇ ਕੋਤਕ ਨਿਆਰੇ ਹੁੰਦੇ ਹਨ। ਸਾਹੂਕਾਰ ਦਾ ਰੂਪ ਲਿਆ ਹੈ, ਜੇਬ ਦੇ ਵਿੱਚੋਂ ਪਾਰਸ ਬੱਟੀ ਕੱਢਦੇ ਹਨ ਤੇ ਭਗਤ ਜੀ ਨੂੰ ਆਖਦੇ ਨੇ, ਇਹ ਦੇਖ ਰਵਿਦਾਸ, ਇਹ ਪਾਰਸ ਬੱਟੀ ਹੈ। ਜਿਸ ਚੀਜ਼ ਦੇ ਨਾਲ ਤੂੰ ਇਸ ਨੂੰ ਲਾ ਦਵੇਂਗਾ ਉਹ ਚੀਜ਼ ਜਿਹੜੀ ਹੈ ਸੋਨੇ ਦਾ ਰੂਪ ਲੈ ਲਵੇਗੀ ਤੇ ਉਸ ਨੂੰ ਤੂੰ ਵੱਟ ਕੇ ਅਮੀਰ ਹੋ ਸਕਦਾ ਹੈ। ਇਹ ਜਿਹੜਾ ਤੂੰ 24 ਘੰਟੇ ਜੁੱਤੀਆਂ ਗੰਢਦਾ ਰਹਿੰਦਾ ਹੈ, ਤੂੰ ਇਸ ਤੋਂ ਬਚ ਸਕਦਾ ਹੈ। ਸਾਧ ਸੰਗਤ ਜੋ ਭਗਤ ਜੀ ਆਖਦੇ ਨੇ, ਠੀਕ ਹੈ ਜੀ, ਇੰਜ ਕਰੋ, ਜਦੋਂ ਮੈਨੂੰ ਲੋੜ ਹੋਵੇਗੀ ਮੈਂ ਲੈ ਲਵਾਂਗਾ। ਆ ਮੇਰੀ ਛੰਨ ਦੇ ਵਿੱਚ ਇਸ ਨੂੰ ਰੱਖ ਦਵੋ। ਸਾਧ ਸੰਗ ਜੋ ਪ੍ਰਮਾਤਮਾ ਆਪ ਜਾਣੀ ਜਾਣ, ਵਾਹਿਗੁਰੂ ਉਸ ਛੰਨ ਦੇ ਵਿੱਚ ਰੱਖ ਕੇ ਤੁਰ ਜਾਂਦੇ ਨੇ। ਕੁਝ ਸਮਾਂ ਬਾਅਦ, ਕੁਝ ਕੁ ਮਹੀਨਿਆਂ ਬਾਅਦ ਜਦੋਂ ਫਿਰ ਆਉਂਦੇ ਹਨ ਤੇ ਸਾਧ ਸੰਗਤ ਜੀ ਭਗਤ ਜੀ ਨੂੰ ਆਖਣਾ ਕਰਦੇ ਨੇ, ਭਗਤਾ ਮੈਂ ਤੈਨੂੰ ਪਾਰਸ ਬੱਟੀ ਦੇ ਕੇ ਗਿਆ ਸੀ ਤੇ ਸਮਝਾਇਆ ਸੀ ਕਿ ਤੂੰ ਉਸ ਪਾਰਸ ਬੱਟੀ ਨੂੰ ਜਿਸ ਵੀ ਚੀਜ਼ ਨਾਲ ਲਾਵੇਂਗਾ ਉਹ ਸੋਨੇ ਦਾ ਰੂਪ ਲੈ ਲਵੇਗੀ। ਕਿੱਥੇ ਹੈ ਉਹ ਪਾਰਸ ਬੱਟੀ? ਅੱਗਿਓਂ ਭਗਤ ਜੀ ਆਖਦੇ ਨੇ, ਜਿੱਥੇ ਆਪ ਜੀ ਨੇ ਉਹ ਰੱਖੀ ਸੀ ਉਸੇ ਥਾਂ ਉਹ ਰੱਖੀ ਹੋਣੀ ਹੈ, ਮੈਂ ਉਸ ਨੂੰ ਹੱਥ ਵੀ ਨਹੀਂ ਲਾ ਕੇ ਵੇਖਿਆ। ਸਾਹੂਕਾਰ ਦੇ ਰੂਪ ਵਿੱਚ ਪਰਮਾਤਮਾ ਬੋਲਦੇ ਹਨ, ਭਲਿਆ ਕਿਉਂ ਨਹੀਂ ਤੂੰ ਹੱਥ ਲਾ ਕੇ ਵੇਖਿਆ? ਮੈਂ ਤੇ ਦੇਖ ਕੇ ਗਿਆ ਸੀ ਕਿ ਤੂੰ ਆਪਣੇ ਆਪ ਨੂੰ ਅਮੀਰ ਬਣਾ ਲਵੇਂ। ਤੇ ਭਗਤ ਜੀ ਹੱਥ ਜੋੜਦੇ ਹਨ, ਆਖਦੇ ਹਨ, ਜਿਹੜਾ ਆਨੰਦ ਪਰਮਾਤਮਾ ਦੇ ਨਾਮ ਦੇ ਵਿੱਚ ਹੈ, ਜਿਹੜਾ ਆਨੰਦ ਮੈਨੂੰ ਇਸ ਗਰੀਬੀ ਦੀ ਵਿੱਚ ਹੈ, ਉਹ ਮੈਂ ਅਮੀਰੀ ਨੂੰ ਧਾਰਨ ਕਰਕੇ ਆਨੰਦ ਨਹੀਂ ਪਾ ਸਕਦਾ। ਸੋ ਉਹ ਪਾਰਸ ਬੱਟੀ ਮੇਰੇ ਕੰਮ ਦੀ ਨਹੀਂ, ਉਹ ਤੁਹਾਡੇ ਹੀ ਕੰਮ ਦੀ ਹੈ ਤੇ ਤੁਸੀਂ ਉਸ ਨੂੰ ਲੈ ਜਾਣਾ। ਸੋ ਗੁਰੂ ਪਾਤਸ਼ਾਹ ਜੀ ਵੀ ਸਾਨੂੰ ਇਹ ਸਮਝਾ ਰਹੇ ਨੇ, ਭਾਈ ਮਾਇਆ ਕਿਸੇ ਵੀ ਰੂਪ ਦੇ ਵਿੱਚ ਆ ਜਾਵੇ, ਉਹ ਪ੍ਰਮਾਤਮਾ ਦੇ ਭਗਤਾਂ ਨੂੰ ਧੋਖਾ ਨਹੀਂ ਦੇ ਸਕਦੀ। ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਜਿਸ ਨੂੰ ਪ੍ਰਮਾਤਮਾ ਦੀ ਓਟ ਮਿਲ ਜਾਵੇ, ਜਿਸ ਨੂੰ ਪ੍ਰਮਾਤਮਾ ਦੇ ਨਾਮ ਦਾ ਸਹਾਰਾ ਮਿਲ ਜਾਵੇ, ਫਿਰ ਇਹ ਮਾਇਆ ਆਪਣਾ ਪ੍ਰਭਾਵ ਪਾ ਹੀ ਨਹੀਂ ਸਕਦੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋਹਾਰੀ। हे ਭਾਈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਵੀ ਸਾਡੀ ਜ਼ਿੰਦਗੀ ਗੁਜ਼ਰ ਰਹੀ ਹੈ, ਜਾਂ ਅਸੀਂ ਆਪਣੇ ਸਵਾਸ ਗੁਜ਼ਾਰੀ ਜਾ ਰਹੇ ਹਾਂ, ਇਹ ਇਉਂ ਹੀ ਹੁੰਦੀ ਹੈ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ। ਉਮਰ ਭਾਵੇਂ ਲੰਬੀ ਹੁੰਦੀ ਹੈ ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ। ਤੇ ਇਸੇ ਤਰ੍ਹਾਂ ਹੀ ਉਹ ਮਨੁੱਖ ਅਕ੍ਰਿਤ ਘਣ ਹੁੰਦੇ ਹਨ, ਜਿਹੜੇ ਪ੍ਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਦੇ, ਜਿਹੜੇ ਕਦੇ ਪ੍ਰਮਾਤਮਾ ਦੇ ਨਾਮ ਨੂੰ ਸਿਮਰਨਾ ਨਹੀਂ ਕਰਦੇ, ਪ੍ਰਮਾਤਮਾ ਦੀ ਸ਼ਰਨ ਵਿੱਚ ਨਹੀਂ ਆਉਂਦੇ। ਉਹ ਉਮਰ ਤੇ ਭੋਗੀ ਜਾਂਦੇ ਹਨ, ਸਵਾਸ ਤੇ ਭੋਗੀ ਜਾਂਦੇ ਹਨ, ਲੇਕਿਨ ਦਿਨੋਂ ਦਿਨ ਅੰਦਰ ਆਪਣੀ ਈਰਖਾ ਹੀ ਪਾਲਦੇ ਰਹਿੰਦੇ ਹਨ। ਜਿਵੇਂ ਸੱਪ ਉਮਰ ਲੰਬੀ ਹੋਣ ਦੇ ਬਾਵਜੂਦ ਵੀ ਉਮਰ ਗੁਜ਼ਰਦੀ ਜਾਂਦੀ ਹੈ, ਦਿਨੋਂ ਦਿਨੀ ਉਸ ਦੇ ਅੰਦਰ ਜਿਹੜਾ ਜ਼ਹਿਰ ਹੈ ਉਹ ਹੋਰ ਪੈਦਾ ਕਰਦਾ ਰਹਿੰਦਾ ਹੈ। ਸਿਮਰਨ ਤੋਂ ਜਿਹੜੇ ਬਾਂਝੇ ਹੋਏ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦੇ ਹੋਵਣ ਤੇ ਕਰਦੇ ਰਹਿਣ, ਤਾਂ ਵੀ ਉਹਨਾਂ ਮਨੁੱਖਾਂ ਦੇ ਜੀਵਨ ਦੀ ਬਾਜੀ ਜਿੱਤੀ ਨਹੀਂ ਜਾ ਸਕਦੀ। ਉਹਨਾਂ ਦੀ ਜਿਹੜੀ ਬਾਜੀ ਹੈ ਜੀਵਨ ਦੀ, ਉਹ ਇਸ ਸੰਸਾਰ ਤੋਂ ਹਾਰ ਕੇ ਹੀ ਜਾਂਦੇ ਹਨ। ਤੇ ਜਿਹੜੇ ਪ੍ਰਮਾਤਮਾ ਦੇ ਪਿਆਰੇ ਭਗਤ ਜਨ ਹੁੰਦੇ ਹਨ,
ਉਹ ਇਸ ਬਾਜੀ ਨੂੰ, ਜੀਵਨ ਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਜਿੱਤ ਕੇ ਜਾਂਦੇ ਹਨ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਸਾਧ ਸੰਗ ਜੋ ਲਾਸਟ ਪੰਕਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਬੜਾ ਸੁੰਦਰ ਫਰਮਾਨ ਕਰਦੇ ਹਨ, ਗੁਣ ਨਿਧਾਨ ਗੁਣ ਤਿਨਹੀ ਗਾਏ, ਜਾਂ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਪਾਤਸ਼ਾਹ ਜੀ ਦੇ ਪਾਵਨ ਬਚਨ ਹਨ, ਹਮ ਅੰਧਲੇ ਅੰਧ ਵਿਖੈ ਵਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਜਦੋਂ ਮੇਰਾ ਮਾਲਕ ਕਿਰਪਾ ਕਰ ਦਿੰਦਾ ਹੈ, ਉਹ ਸੁੱਖਾਂ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ ਤੇ ਆਪਣੇ ਚਰਨਾਂ ਨਾਲ ਜੀਵਾਂ ਨੂੰ ਜੋੜ ਲੈਂਦਾ ਹੈ। ਜਿਵੇਂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਗੁਣ ਨਿਧਾਨ ਗੁਣ ਤਿਨਹੀ ਗਾਏ, ਜਾਂ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਲਾਸਟ ਪੰਕਤੀ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਡੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਲਾ ਕੇ ਸਮਝਾ ਰਹੇ ਨੇ, ਹੇ ਨਾਨਕ ਦਾਸ ਆਖ ਰਹੇ ਹਨ, ਹੇ ਭਾਈ ਗੁਣਾਂ ਦੇ ਖਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਤੇ ਉਸ ਮਨੁੱਖ ਨੂੰ ਹੀ ਉਹ ਹਰੀ ਦਾ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ, ਜਿਸ ਉੱਤੇ ਹਰੀ ਆਪਣੀ ਮਿਹਰ ਦੀ ਨਜ਼ਰ ਕਰਦੇ ਹਨ। ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ, ਉਸ ਦੀ ਜ਼ਿੰਦਗੀ ਮੁਬਾਰਕ ਹੁੰਦੀ ਹੈ। ਅੱਜ ਇਹ ਮਨੁੱਖ ਤਾਂ ਉਸ ਪ੍ਰਮਾਤਮਾ ਦੇ ਨਾਮ ਤੋਂ ਸਦਕੇ ਹੋਣਾ ਚਾਹੁੰਦੇ ਹਨ, ਜਿਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਇੰਨਾ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਮੈਂ ਉਸ ਪ੍ਰਮਾਤਮਾ ਵਾਹਿਗੁਰੂ ਤੋਂ ਸਦਕੇ ਤੇ ਕੁਰਬਾਨ ਜਾਂਦਾ ਹਾਂ, ਜਿਸ ਮਾਲਕ ਨੇ ਮੇਰੇ ਤੇ ਕਿਰਪਾ ਕੀਤੀ, ਜਿਸ ਮਾਲਕ ਨੇ ਮਿਹਰ ਕੀਤੀ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਦਿੱਤੀ ਤੇ ਮੇਰਾ ਜਿਹੜਾ ਜੀਵਨ ਹੈ ਇਹ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਸਫਲ ਹੋ ਗਿਆ। ਸੋ ਸਾਧ ਸੰਗਤ ਜੀਓ, ਆਪ ਜੀ ਵੱਡੇ ਭਾਗਾਂ ਵਾਲੇ ਹੋ। ਆਪ ਜੀ ਨੇ ਅੱਜ ਦੇ ਪਾਵਨ ਮੁਖਵਾਕ ਦੀ ਵਿਚਾਰ ਨਾਲ ਸਾਂਝ ਕੀਤੀ ਹੈ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਸਾਰਿਆਂ ਦੇ ਸਿਰ ਤੇ ਆਪਣਾ ਮਿਹਰ ਦਾ ਹੱਥ ਰੱਖਣ, ਮਿਹਰ ਦੀ ਨਜ਼ਰ ਸਾਰਿਆਂ ਤੇ ਕਰਨ, ਤਾਂ ਕਿ ਅਸੀਂ ਵੀ ਗੁਰੂ ਵਾਲੇ ਬਣ ਸਕੀਏ, ਪ੍ਰਮਾਤਮਾ ਦੇ ਨਾਮ ਦਾ ਓਟ ਆਸਰਾ ਲੈ ਸਕੀਏ। ਸੋ ਸਾਧ ਸੰਗ ਜੋ ਕਿਸੇ ਵੀ ਮਾਈ ਭਾਈ ਦਾ ਕੋਈ ਵੀ ਚੰਗਾ ਸੁਝਾਅ ਹੋਵੇ, ਜੋ ਦਾਸ ਨਾਲ ਆਪ ਜੀ ਸਾਂਝ ਕਰਨੇ ਚਾਹੁੰਦੇ ਹੋਵਣ, ਤੇ ਦਾਸ ਦਾ ਇਹ ਇੰਡੀਆ ਦਾ ਨੰਬਰ ਹੈ ਜੀ 8750 10 63 75। ਆਪ ਜੀ ਇਸ ਨੰਬਰ ਤੇ ਦਾਸ ਨਾਲ ਸੰਪਰਕ ਕਰ ਸਕਦੇ ਹੋ। ਸੋ ਸਾਧ ਸੰਗਤ ਜੀਓ, ਦਾਸਾਂ ਪਾਸਿਓਂ ਵਿਚਾਰਾਂ ਕਰਦੀਆਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਬਾਣੀ ਗੁਰੂ ਦੀ ਹੈ, ਭੁੱਲਾਂ ਦਾਸ ਦੀਆਂ ਹਨ। ਬਾਣੀ ਪੱਲੇ ਬੰਨ ਲਿਓ, ਭੁੱਲਾਂ ਦਾਸ ਦੀਆਂ ਝੋਲੀ ਪਾ ਦਿਓ ਜੀ। ਬੁਲਾਓ ਜੀ ਫਤਿਹ, ਕਰੋ ਜੀ ਰਸਨਾ ਨੂੰ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।